ਛੇਟੇ ਹੀ ਨਹੀਂ। ਤੇ ਘਰਦਿਆਂ ਦੀ ਮੁਖਾਲਫਤ ਸੀ ਕਿ ਸਪੋਰਟ ਕਰਦੇ ਹਨ ਜਾਂ ਕੁਝ ਨਹੀਂ ਹਨ ਕਹਿੰਦੇ? ਦੇਖੋ ਜੀ, ਕਬੂਤਰ ਪਰਵਰੀ ਨੂੰ ਰੂਜ ਆਇਆ 2000 ਤੋਂ ਬਾਅਦ ਜੀ। 2000 ਤੋਂ ਪਹਿਲਾਂ ਤੇ ਡਾਂਗਾ ਛੋਟੇ ਹੀ ਸਨ। ਸਮਝ ਤੁਹਾਨੂੰ ਵੀ ਪਏ? ਬੜੇ ਪਏ ਜੀ, ਥਾਣੇ ਵੀ ਦੁਕਾਨ ਹੋਇਆ ਵੀ ਕਬੂਤਰ ਨਹੀਂ ਛੱਡਦਾ ਘਰਦਿਆਂ ਦੀ ਤਰਫੋਂ। ਹਾਂਜੀ, ਜ਼ਾਹਿਰ ਹੈ ਉਸ ਵਕਤ ਦੌਰ ਐਸਾ ਸੀ। ਅੱਛਾ ਉਸਤਾਦ ਜੀ, ਇੱਕ ਨਵਾਂ ਕਬੂਤਰਬਾਜ਼, ਨਵੇਂ ਸ਼ੌਕੀਨ, ਮੈਂ ਤੁਹਾਡੇ ਕੋਲੋਂ ਜੋ ਪੁੱਛ ਰਿਹਾ ਨਾ, ਇਹ ਨਵੇਂ ਨਾਜ਼ਰੀਨ ਜਿਹੜੇ ਨੇ ਨਾ, ਮੇਰੇ ਵਰਗੇ ਮੁੰਡੇ ਕਹਿ ਲਓ, ਜਿਹੜੇ ਅੱਜ ਕੱਲ੍ਹ ਸ਼ੌਕ ਕਰ ਰਹੇ ਨੇ, ਉਹਨਾਂ ਦੀ ਰਹਿਨਮਾਈ ਵਾਸਤੇ ਉਸਤਾਦ ਜੀ, ਇੱਕ ਬੰਦਾ ਅੱਜ ਤੋਂ ਕਬੂਤਰ ਰੱਖ ਰਿਹਾ ਹੈ, ਉਹਨੇ ਪਹਿਚਾਣ ਚਲੋ ਤੁਹਾਡੇ ਇੰਟਰਵਿਊ ਸੁਣ ਕੇ, ਹੋਰ ਉਸਤਾਦਾਂ ਨੂੰ ਸੁਣ ਕੇ ਥੋੜੀ ਬਹੁਤ ਕਰ ਲਈਏ। ਉਸਤਾਦ ਜੀ, ਉਹ ਕਿਸ ਡਗਰ ਤੇ ਕਿਸ ਤਰ੍ਹਾਂ ਮਿਹਨਤ ਕਰੇ ਕਿ ਅਗਲੇ 5 ਸਾਲ ਦੇ ਵਿੱਚ ਉਹ ਆਪਣਾ ਨਾਂ ਕਮਾ ਸਕੇ? ਸਭ ਤੋਂ क्या करो माशाल्लाह, जरूर क्या करो दोस्तों। है जी उस्ताद राजा इफ्तिखार काका साहब की छत का दोस्तों व्यू तुहाडे सामने में इस टाइम। ਉਹ ਸਾਡੀ ਇੱਕ ਠੇਠ ਪੰਜਾਬੀ ਚ ਕਹਿੰਦੇ ਆ ਨਾ, ਜੇ ਦਰਵੇਸ਼ੀ ਲੈਣੀ ਹੈ ਤੇ ਚਿੱਲੇ ਕੱਟਣੇ ਪੈਂਦੇ। ਸਮਝ ਗਏ? ਹੁਣ ਘਰ ਏਸੀ ਵਿੱਚ ਬਹਿ ਜਾਓ ਤੇ ਆਖੋ ਦਰਵੇਸ਼ ਵੀ ਬਣ ਜਾਓ ਤੇ ਫੇਰ ਤੇ ਨਹੀਂ ਬਣਦਾ। ਸਮਝੋ, ਜੰਗਲਾਂ ਬੇਲਿਆਂ ਚ ਵੀ ਜਾਣਾ ਤੇ ਚਿੱਲੇ ਕੱਟਣੇ ਤੇ ਦਰਵੇਸ਼ ਬਣਨਾ। ਤੇ ਕਬੂਤਰ ਪਰਵਰੀ ਖੁਦ ਤੁਸੀਂ ਸਮਝੋ, ਇਹਦੇ ਚ ਏਡੀ ਵੱਡੀ ਕੋਈ ਫਨ ਨਹੀਂ ਹੈ, ਨਾ ਏਡਾ ਵੱਡਾ ਕੋਈ ਇਹਦੇ ਵਿੱਚ ਕੋਈ ਐਸਾ ਇਲਮ ਹੈ ਜਿਹੜਾ ਹਰ ਬੰਦੇ ਨਹੀਂ, ਜਿਵੇਂ ਨਹੀਂ ਸੰਭਾਲਦੇ ਦਰਿਆ ਉੱਪਰ ਛਤਨ, ਉਹਨਾਂ ਦੇ ਵੀ ਮੂੰਹ ਭਰਨੇ ਡਿੱਗਦੇ। ਬਿਲਕੁਲ। ਕਦੋਂ ਤੁਹਾਡੀ ਕੱਲਿਆਂ ਦੀ ਛੱਤ ਦਰਿਆ ਦੇ ਉੱਤੇ? ਹੋਰ ਵੀ ਤੇ ਹੋਣਗੀਆਂ ਨਾ? ਨਹੀਂ, ਮੈਂ ਦੱਸਣਾ ਪਿਆ, ਇੱਥੋਂ ਅੱਗੇ ਚਲੇ ਜਾਓ, 7-8 ਛੱਤਾਂ ਇੱਥੇ ਅੱਗੇ ਨੇ, ਬਾਜ਼ੀਦਾਰ ਛੱਤਾਂ, ਨਾਮਵਰ ਬਾਜ਼ੀਦਾਰ, ਮੀਰ ਮੁਖਤਿਆਰ ਖਾਨ ਸਾਹਿਬ ਦੇ ਸ਼ਾਗਿਰਦ ਵੀ, ਮੇਰੇ ਸ਼ਾਗਿਰਦ ਵੀ, ਹੋਰ ਵੀ ਕਾਫੀ ਮੱਗਰ ਕਬੂਤਰ, ਸਿਆਲਕੋਟੀ ਮੋਤੀਆਂ ਵਾਲੇ ਕਬੂਤਰ ਬਹੁਤ ਨਾਯਾਬ ਕਬੂਤਰ ਹਨ, ਬਟੇਰੇ ਕਬੂਤਰ ਬਹੁਤ ਅੱਛੇ ਕਬੂਤਰ ਹਨ, ਛੱਤ ਵਾਲੇ ਕਬੂਤਰ ਹਨ ਜਿਹੜੇ ਦੁਨੀਆ ਢੂੰਡਦੀ ਫਿਰਦੀ ਹੈ। ਸਮਝ ਲਿਓ, ਵਾਪਸੀਆਂ ਬਹੁਤ ਨੇ ਇਹਨਾਂ ਵਿੱਚ। ਰਾਜਾ ਸਾਹਿਬ ਦਾ ਯਾਨੀ ਸਿਆਲਕੋਟੀਆਂ ਦੇ ਉੱਤੇ ਬਹੁਤ ਇਤਬਾਰ ਹੈ, ਮੈਂ ਕਹਿ ਸਕਣਾ? ਹਾਂਜੀ, ਸਾਡੇ ਕੋਲ ਤੇ ਸਿਆਲਕੋਟੀ ਤਕਰੀਬਨ ਸਾਡੇ ਹਰ ਕਬੂਤਰ ਤੇ ਅਸੀਂ ਪਾ ਦਿੰਦੇ ਹਾਂ ਕਰਾਸ ਇਹਨਾਂ ਦਾ। ਜ਼ਰੂਰ ਪਾਣੇ। ਔਰ ਰਾਜਾ ਸਾਹਿਬ, ਇਹ ਖਾਸ ਫਾਇਦਾ ਕੀ ਹੈ ਇਹ ਸਿਆਲਕੋਟੀ ਟੱਚ ਦੇਣ ਦਾ? ਬਰਦਾਸ਼ਤ ਵਿੱਚ ਟੈਡੀ ਕਬੂਤਰੀ ਨਜ਼ਰ ਆਉਂਦੀ ਹੈ, ਉਸਤਾਦ ਅਹਿਮਦ ਗੰਬਰ ਸਾਹਿਬ ਵਾਲੇ ਕਬੂਤਰਾਂ ਵਿੱਚੋਂ। ਲੋ ਜੀ ਮਾਸ਼ਾਅੱਲਾ ਦੋਸਤੋ, ਇਹ ਸਾਡੀ ਪਿਛਲੇ ਸਾਲ ਦੀ ਚੈਂਪੀਅਨ ਕਬੂਤਰੀ ਹੈ। 11 ਦਿਨ ਪੂਰੇ ਉੜੀ ਹੈ, ਖਰਾਬ ਤੂਫਾਨ ਬਾਰਿਸ਼ਾਂ ਵਿੱਚ ਵੀ ਇਹ ਕਬੂਤਰੀ ਘਰ ਆਈ ਹੈ। 11ਵੇਂ ਦਿਨ ਵੀ 4 ਮਿੰਟ ਘੱਟ 8 ਵਜੇ ਬੈਠੀ ਹੈ। ਸਭ ਵੀਰ ਭਰਾਵਾਂ ਨੂੰ ਵੈਲਕਮ, ਖੁਸ਼ ਆਮਦੀਦ ਦੋਸਤੋ। ਮੈਂ ਤੁਹਾਡਾ ਵੀਰ ਮੋਹਸਨ ਰਹਿਮਾਨ, ਔਰ ਅੱਜ ਮੇਰੇ ਨਾਲ इंतहाई शफीक उस्ताद और चैंपियन कई दफ़ा रह चुके और सदा बहार चैंपियन जनाब उस्ताद राजा इफ्तिखार काका साहब, वो बहुत शफकत के नाल मेरे नाल मौजूद ने। और दोस्तों को पहला दसदा चला कि इन्हों के कोल आके दोस्तों बहुत प्यार मिले, बहुत मुहब्बत मिली है। और मैनू इन्हों के आंढ गुआढ़ों पता है कि उस्ताद होरी अज ज़ाती मसरूफियत के जोड़े ने ना वो मसरूफ सन, और मसरूफियत भी बहुत ज़ाती नवीयत की ही। ਉਹਦੇ ਬਾਵਜੂਦ ਉਸਤਾਦ ਹੋਰਾਂ ਨੇ ਬੜੀ ਸ਼ਫਕਤ ਦੇ ਨਾਲ ਟਾਈਮ ਕੱਢਿਆ। ਮੈਂ ਉਸਤਾਦ ਜੀ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਗੱਲ ਦੇ ਉੱਤੇ, ਬਹੁਤ ਮਿਹਰਬਾਨੀ ਤੁਹਾਡੀ। ਲੋ ਦੋਸਤੋ, ਚੈਂਪੀਅਨ ਬੈਠੇ ਨੇ ਤੇ ਅਸੀਂ ਆ ਛੋਟੇ ਸ਼ਾਗਿਰਦ ਸਟੂਡੈਂਟ, ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਤੁਸੀਂ ਨਵੇਂ ਭਰਾ ਵੇਖਣ ਵਾਲੇ ਹੋ ਨਾ, ਅੱਜ ਇੱਕ ਚੈਂਪੀਅਨ ਦੇ ਕੋਲੋਂ ਜੋ ਮੈਂ ਪੁੱਛ ਸਕਣਾ ਨਾ ਤੁਹਾਨੂੰ ਜ਼ਰੂਰ ਪੁੱਛ ਕੇ ਦੱਸਾਂ। ਔਰ ਉਸਤਾਦ ਜੀ, ਮੇਰਾ ਪਹਿਲਾ ਹੀ ਸਵਾਲ ਤੁਹਾਡੇ ਕੋਲ ਇਹ ਹੀ ਹੋਏਗਾ, ਬੜਾ ਫਰੈਂਕਲੀ। ਹਾਂਜੀ ਹਾਂਜੀ ਉਸਤਾਦ ਜੀ, ਕੀ ਇਹ ਤੁਹਾਡੇ ਹੱਥ ਦੇ ਵਿੱਚ ਰਾਜਾ ਕਾਕਾ ਕਿਹੜੀ ਕਿਹੜੀ ਚੀਜ਼ ਨੇ ਰਾਜਾ ਕਾਕਾ ਕਰਾ ਦਿੱਤਾ? ਕਬੂਤਰਾਂ ਨੇ, ਮਾਲਕ ਦੀ ਜ਼ਾਤ ਦਾ ਫਜ਼ਲ ਤੇ ਉਸਤਾਦ ਜੀ ਪਹਿਲੀ ਚੀਜ਼ ਹੈ ਨਾ, ਉਸ ਤੋਂ ਬਗੈਰ ਤਾਂ ਕੁਝ ਨਹੀਂ ਹੋ ਸਕਦਾ। ਉਸ ਤੋਂ ਬਾਅਦ ਉਸਤਾਦ ਜੀ, ਕਬੂਤਰ ਤੁਹਾਡੇ ਬਹੁਤ ਅੱਛੇ ਨੇ ਜਾਂ ਤੁਹਾਨੂੰ ਅੱਲਾ ਨੇ ਨੌਲੇਜ ਬਹੁਤ ਅੱਛਾ ਜਿਹੜਾ ਉਹ ਤੌਫੀਕ ਦਿੱਤੀ ਕਿ ਤੁਸੀਂ ਲੈ ਲਿਆ? ਇੱਕ ਚੈਂਪੀਅਨ ਉਸਤਾਦ ਜੀ, ਚੈਂਪੀਅਨ ਕਿੰਜ ਬਣਦਾ? ਮੁਖਤਸਰ ਸਵਾਲ ਹੈ जी। बिस्मिल्लाहिर्रहमानिर्रहीम। सब तो पहला सब देखने वाले भाइयों को अस्सलाम वालेकुम। ते भाईजान, जेड़ा तुहाडा सवाल है भी चीज़ सब को लिए है, अल्लाह ताला दी मेहरबानी है, सरकार दा करम है, ते कोई वालदैन दी दुआवां ते कोई यारां दोस्तां दी मेहनत है। बाकी शौक ईमानदारी नाल करीदा है, यही चीज़ अल्लाह ताला नूं पसंद है। 2 नंबरी नहीं कदी कीती ਤੇ ਨਾ ਇਹਦੇ ਵਿੱਚ ਕਦੀ ਮੈਂ ਬਣਾਈ ਹੈ ਵੀ ਅਸਾਂ ਦੇ ਖੇਲ ਪਾਣੀ ਜਾਂ ਅਸਾਂ ਦਾ ਕਬੂਤਰ ਨਹੀਂ। ਇਹ ਬਸ ਅੱਲਾਹ ਤਾਲਾ ਦੀ ਕਰਮ ਨਵਾਜ਼ੀ ਹੈ ਜੀ, ਮਿਹਨਤ ਕਰੀ ਦੀ ਹੈ।
ਕੱਲਿਆਂ ਨਹੀਂ ਕਰੀ ਦੀ, ਨਾਲ ਦੋਸਤ ਹਨ ਸਾਰੇ, ਮਤਲਬ ਕਿ ਟੀਮ ਦਾ ਕੰਮ ਹੁੰਦਾ ਹੈ, ਇੱਕ ਬੰਦੇ ਦਾ ਤਾਂ ਕੰਮ ਨਹੀਂ ਹੈ। ਛੋਟਾ ਭਾਈ ਹੈ ਰਾਜਾ ਪੋਮਾ, ਉਹ ਵੀ ਹੈ, ਮੈਂ ਮਹਿਬੂਬ ਜੱਟ ਹੈ, ਸਲੀਮ ਸ਼ੇਖ ਹੈ, ਰਾਜਾ ਸਲੀਮ ਹੈ, ਹੋਰ ਵੀ ਕਾਫੀ ਦੋਸਤ ਹਨ। तो सारे मिल के मेहनत करी दी है। दूसरा थोड़ा जिहा अपने इलाके दे माहौल ते मौसम नूं समझना पैंदा है, ਉਹਦੇ ਮੁਤਾਬਕ ਕਬੂਤਰ ਬਣਾਉਣੇ ਪੈਂਦੇ ਤੇ ਉਹ ਬਣ ਜਾਂਦੇ। ਇਨਸ਼ਾਅੱਲਾ ਉਮੀਦ ਹੁੰਦੀ ਹੈ ਅੱਛੇ ਕਬੂਤਰ ਉੱਡ ਜਾਂਦੇ। ਬਾਕੀ ਸਭ ਅੱਲਾਹ ਤਾਲਾ ਦਾ ਕਰਮ ਹੈ। ਉਸਤਾਦ ਜੀ ਕੁਝ ਜ਼ਾਤੀ ਨਵੀਅਤ ਦੇ ਸਵਾਲ ਹੈ, ਲੇਕਿਨ ਬੜੇ ਦਿਲਚਸਪੀ ਵਾਲੇ ਨੇ ਤੇ ਉਹਨਾਂ ਦਾ ਤੁਸੀਂ ਦਿਲਚਸਪੀ 'ਚ ਜਵਾਬ ਦੇਣਾ ਹੈ। ਜੀ ਜੀ ਉਸਤਾਦ ਜੀ ਸ਼ੌਕ ਕਦੋਂ ਤੋਂ ਸ਼ੁਰੂ ਕੀਤਾ? ਮਾਰਾਂ ਪਈਆਂ, ਘਰਦਿਆਂ ਦੀ ਮੁਖਾਲਫਤ ਕੀ ਸੀ, ਵਾਲਦ ਸਾਹਿਬ ਡਾਂਗਾ ਲੈ ਕੇ ਮਗਰ ਚੜੇ ਜਾਂ ਕੀ ਹੋਇਆ? ਸ਼ੌਕ ਸਰਕਾਰ, ਅਸੀਂ ਸਾਡਾ ਘਰ ਇੱਥੇ ਪੁਰਾਣਾ ਜਿਹੜਾ ਮੀਰਾ ਹੈਦਰ ਬਾਦਸ਼ਾਹ ਸਰਕਾਰ ਦੀ ਨਗਰੀ 'ਚ ਹੈ, ਤੇ ਅਸੀਂ ਜਿਹੜੇ ਇਸ ਵਕਤ ਸਜਾਦਾ ਨਸ਼ੀਨ ਹਨ ਪੀਰ ਸੈਯਦ ਇਰਫਾਨ ਸ਼ਾਹ ਸਾਹਿਬ, ਇੱਕ ਦਫਾ ਪਹਿਲੇ ਵੀ ਇੰਟਰਵਿਊ ਵਿੱਚ ਵੀ ਕੁਦਰਤੀ ਉਹ ਆ ਗਏ ਸਨ। ਇਹਨਾਂ ਦੇ ਵੀ ਉਹ ਰਿਲੇਟਿਵ ਇਨ ਪੀਰ ਸਾਹਿਬ ਦੇ, ਉਹਨਾਂ ਦੇ ਵੱਡੇ ਭਾਈ ਸਨ ਪੀਰ ਸਾਬੀ ਸ਼ਾਹਰੀ ਤੇ ਪੀਰ ਟੀਪੂ ਸ਼ਾਹਰੀ, ਸਾਡੇ ਘਰ ਜੋੜਵੇਂ ਸਨ ਤੇ ਉਹਨਾਂ ਦੇ ਘਰ ਕਬੂਤਰ ਹੁੰਦੇ ਸਨ। ਤੇ ਉੱਥੋਂ ਹੀ ਬਸ ਸ਼ੌਕ ਪਿਆ। ਛੱਤਾਂ ਤੁਹਾਨੂੰ ਪਤਾ ਪੁਰਾਣੇ ਵਕਤਾਂ ਦੀ ਇਹ ਗੱਲ ਤੁਹਾਨੂੰ ਦੱਸਣੀ ਆ, 80s ਦੀ, ਉਸ ਦੇ ਚਬਾਰੇ ਚਬੂਰੇ ਤੇ ਹੁੰਦੇ ਨਹੀਂ ਸਨ ਤੇ ਸਿੰਗਲ ਹੀ ਘਰ ਹੁੰਦੇ ਸਨ ਸਾਰੇ, ਤੇ ਜੋੜਵੇਂ ਘਰ ਸਨ। ਤੇ ਪੀਰਾਂ ਦੇ ਘਰ ਕਬੂਤਰ ਹੁੰਦੇ ਸਨ। ਪੀਰ ਸਾਹਿਬ ਪੀਰ ਟੀਪੂ ਸ਼ਾਹ ਸਾਹਿਬ ਅੱਲਾਹ ਪਾਕ ਉਹਨਾਂ ਨੂੰ ਜੰਨਤ ਫਿਰਦੌਸ ਜਗ੍ਹਾ ਦੇਣ, ਫੌਤ ਹੋ ਗਏ ਨੇ। ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਕ ਸੀ। ਉਹ ਮੇਰੇ ਤੋਂ ਕਹਿ ਲਓ 7-8 ਸਾਲ ਵੱਡੇ ਸਨ, ਤੇ ਉਹਨਾਂ ਨਾਲ ਹੀ ਮੈਂ ਹਰ ਵਕਤ ਬੈਠਣਾ ਦੇ ਸ਼ੌਕ। ਤੇ ਮੇਰਾ ਵੱਡਾ ਭਾਈ ਹੈ ਰਾਏ ਜਮੀਲ, ਉਹ ਇੰਗਲੈਂਡ ਹੁੰਦੇ ਨੇ, ਉਹਨਾਂ ਕੀ ਵੀ ਸ਼ੌਕ ਸੀ, ਲੇਕਿਨ ਉਹ ਇਸ ਹੱਦ ਤੱਕ ਸੀ ਬਸ ਘਰ ਵਿੱਚ ਕਬੂਤਰ ਹਨ। ਤੇ ਉਡਾਣ ਡੂਣ ਦਾ ਸਿਲਸਿਲਾ ਸਾਡਾ ਫਿਰ ਸ਼ੁਰੂ ਹੋ ਗਿਆ, ਬਾਜ਼ੀਆਂ ਲੱਗ ਗਈਆਂ। 7ਵੀਂ ਕਲਾਸ 'ਚ ਮੈਂ ਪੜ੍ਹਦਾ ਸੀ ਜਦੋਂ ਪਹਿਲੀ ਦਫਾ ਬਾਜ਼ੀ ਲੱਗੀ ਸੀ। ਇਹ ਗੱਲ 84-85 ਦੀ ਹੈ। ਤੇ ਉਸ ਤੋਂ ਬਾਅਦ ਫਿਰ ਲੱਗੇ ਹੀ ਰਹੇ ਹਾਂ ਜੀ, ਪਿੱਛੇ ਹਟੇ ਹੀ ਨਹੀਂ। ਤੇ ਘਰਦਿਆਂ ਦੀ ਮੁਖਾਲਫਤ ਸੀ ਕਿ ਸਪੋਰਟ ਕਰਦੇ ਹਨ ਜਾਂ ਕੁਝ ਨਹੀਂ ਹਨ ਕਹਿੰਦੇ? ਦੇਖੋ ਜੀ, ਕਬੂਤਰ ਪਰਵਰੀ ਨੂੰ ਰੂਜ ਆਇਆ 2000 ਤੋਂ ਬਾਅਦ ਜੀ। 2000 ਤੋਂ ਪਹਿਲਾਂ ਤੇ ਡਾਂਗਾ ਛੋਟੇ ਹੀ ਸਨ। ਤੁਹਾਨੂੰ ਵੀ ਪਏ? ਬੜੇ ਪਏ ਜੀ, ਥਾਣੇ ਵੀ ਦੁਕਾਨ ਹੋਇਆ ਵੀ ਕਬੂਤਰ ਨਹੀਂ ਛੱਡਦਾ ਘਰਦਿਆਂ ਦੀ ਤਰਫੋਂ। ਹਾਂਜੀ, ਜ਼ਾਹਿਰ ਹੈ ਉਸ ਵਕਤ ਦੌਰ ਐਸਾ ਸੀ ਨਾ ਜੀ, ਕੋਈ ਇਮੇਜ ਅੱਛਾ ਨਹੀਂ ਸੀ ਕਬੂਤਰ ਪਰਵਰੀ ਦਾ। ਹਾਂ ਹਾਂ। ਇਹ ਤੇ 2000 ਵਿੱਚ ਮੀਡੀਆ ਆਇਆ, ਕੋਈ ਪ੍ਰਿੰਟ ਮੀਡੀਆ, ਕੋਈ ਇਲੈਕਟ੍ਰੋਨਿਕ ਮੀਡੀਆ ਆਇਆ, ਤੇ ਕੋਈ ਸ਼ੌਰ ਆਇਆ, ਜਾਂ ਕੁਝ ਅੱਛੇ ਪੜ੍ਹੇ ਲਿਖੇ ਬੰਦੇ ਆਏ। ਪਹਿਲੇ ਤੇ ਇਮੇਜ ਬਹੁਤ ਖਰਾਬ ਸੀ। ਹੁਣ ਮੈਂ ਤੁਹਾਨੂੰ ਦੱਸਣਾ, ਮੇਰੀ ਬਾਜ਼ੀ 84 ਚ ਲੱਗੀ ਸੀ, ਪਹਿਲੀ ਬਾਜ਼ੀ। ਉਸ ਵਕਤ ਤੱਕ ਘਰ 'ਚ ਕਬੂਤਰ ਨਹੀਂ ਸਨ ਰੱਖਣ ਦਿੰਦੇ। ਫਿਰ ਲੁੱਕ ਕੇ ਕਬੂਤਰ ਰੱਖੀ ਦੇ ਸਨ, ਕਦੇ ਕਿਸੇ ਦੋਸਤ ਦੇ ਵੱਲ ਰੱਖ ਲਏ, ਕਦੇ ਕਿਧਰੇ ਰੱਖ ਲਏ, ਕੋਈ ਕਿਰੇ ਮਕਾਨ ਖਾਲੀ ਦੇਖਿਆ ਉਹ ਕਿਰਾਏ ਤੇ ਲੈ ਲਿਆ, ਉੱਥੇ ਰੱਖ ਲਏ। ਘਰ 'ਚ ਨਹੀਂ ਸਨ ਰੱਖਣ ਦਿੰਦੇ, ਬਿਲਕੁਲ ਸਖਤੀ ਨਾਲ ਮਨਾ ਸਨ ਕਬੂਤਰ। ਇਹਦੇ ਬਾਵਜੂਦ ਉਹ ਜਨੂਨ ਤੇ ਉਹ ਜਿਹੜੀ ਚੀਜ਼ ਦਿਮਾਗ 'ਚ ਮੌਜੂਦ ਸੀ, ਉਹ ਮੌਜੂਦ ਹੀ ਰਹੀ ਹੈ। ਉਹ ਮੌਜੂਦ ਰਹੀ ਹੈ। ਘਰ 'ਚ ਇਸ ਤਰ੍ਹਾਂ ਨਹੀਂ ਸਨ ਵੀ ਉਡਾਣ ਨਹੀਂ ਸਨ ਦਿੰਦੇ, ਵੱਡੇ ਭਾਈ ਰੱਖਦੇ ਸਨ, ਲੇਕਿਨ ਉਹ ਸ਼ੌਕੀਆ ਬਸ ਜਿੱਦਾਂ ਦਾਣਾ ਪਾਣ ਲਈ, ਦਾਣਾ ਪਾਣਾ ਤੇ ਖੁੱਲੇ ਫਿਰਦੇ ਹੁੰਦੇ ਸਨ ਕਬੂਤਰ, ਜਿਨ੍ਹਾਂ 'ਚ ਫੈਂਸੀ ਵੀ ਹੁੰਦੇ ਸਨ। ਉਸ ਵਕਤ ਲੱਕਿਆਂ ਦਾ ਸ਼ਾਦੀ ਸ਼ੌਕ ਹੁੰਦਾ ਸੀ, ਲੱਕੇ ਵੀ ਹੁੰਦੇ ਸਨ ਵਿੱਚ। ਉਡਾਣ ਦਾ ਮੈਨੂੰ ਸ਼ੁਰੂ ਤੋਂ ਉਡਾਣ ਦਾ ਸ਼ੌਕ ਸੀ, ਤੇ ਫਿਰ ਉਹ ਉਡਾਣ ਨਹੀਂ ਸਨ ਦਿੰਦੇ, ਤੇ ਫਿਰ ਉਹ ਯਾਰਾਂ ਦੋਸਤਾਂ ਦੇ ਘਰਾਂ 'ਚ ਰੱਖੀਦੇ ਸਨ। ਰਾਜਾ ਸਾਹਿਬ 84 ਤੋਂ ਤੁਸੀਂ ਦੱਸ ਰਹੇ ਹੋ, ਇਹਦਾ ਮਤਲਬ ਹੈ ਕਿ 16 ਉਹ ਤੇ 20-22 ਇਹ ਵਾਲੇ, ਯਾਨੀ 40 ਸਾਲ ਦਾ ਤੇ ਤੁਹਾਡਾ ਤਜਰਬਾ ਹੋ ਚੁੱਕਿਆ ਹੈ। 35-40 ਸਾਲ ਹੋ ਗਏ ਨੇ ਕਬੂਤਰਬਾਜ਼ੀ ਦੇ, ਪੂਰੇ ਬਾਜ਼ੀਆਂ ਖੇਡਦਿਆਂ ਵੀ। ਤੁਹਾਨੂੰ ਦੱਸਿਆ 7ਵੀਂ ਚ 88 ਚ ਮੈਂ 89 ਵਿੱਚ ਮੈਂ ਮੈਟ੍ਰਿਕ ਕੀਤਾ, ਠੀਕ ਹੈ, ਤੇ 7ਵੀਂ ਪੜ੍ਹਦਾ ਸੀ ਮੈਂ, ਪਹਿਲੀ ਬਾਜ਼ੀ ਲੱਗੀ ਸੀ। ਉਸ ਵਕਤ ਬਾਜ਼ੀ, ਪਹਿਲੀ ਬਾਜ਼ੀ ਵੀ ਸ਼ਾਇਦ ਜੀ 50 ਰੁਪਏ ਲੱਗੀ ਸੀ। 50 ਰੁਪਏ ਬਾਜ਼ੀ ਸੀ, ਤੇ ਉਸ ਵਕਤ ਬੜੀ ਬਾਜ਼ੀ ਹੁੰਦੀ ਸੀ। ਅਸੀਂ ਸਕੂਲ 1 ਰੁਪਇਆ ਵੀ ਨਹੀਂ ਸੀ ਖੜਦੇ, ਬਾਜ਼ੀ ਲੱਗੀ ਸੀ। ਬਸ ਉੱਥੋਂ ਫਿਰ ਸ਼ੌਕ ਰਿਹਾ, ਉਹ ਬਾਜ਼ੀ ਜਿੱਤੀ। ਫਿਰ ਸਾਡੇ ਉੱਥੋਂ ਕਬੂਤਰ ਖਤਮ ਹੋ ਗਏ, ਘਰਦਿਆਂ ਨੂੰ ਪਤਾ ਚੱਲ ਗਿਆ। ਫਿਰ ਇੱਕ ਦੋਸਤ ਹੈ ਮਲਕ ਅਰਸ਼ਦ, ਉਹਦੇ ਘਰ ਰੱਖ ਲਏ, ਉੱਥੋਂ 6-7 ਸਾਲ ਬਾਜ਼ੀਆਂ ਖੇਡੀਆਂ। ਫਿਰ ਇਸ ਤਰ੍ਹਾਂ ਮੁਖਤਲਿਫ ਜਗ੍ਹਾ ਤੇ ਰੱਖਦੇ। ਅੱਛਾ ਉਸਤਾਦ ਜੀ, ਆਪਣੇ ਸ਼ੌਕ ਦੇ ਦੌਰਾਨ ਤੁਸੀਂ ਕੀ ਵੇਖਿਆ, ਕੀ ਸਮਝਿਆ, ਕਬੂਤਰ ਉਸਤਾਦ ਹੈ ਕਿ ਬੰਦਾ ਉਸਤਾਦ ਹੈ? ਸਭ ਤੋਂ ਵੱਡੀ ਜੀ ਅੱਲਾਹ ਤਾਲਾ ਦੀ ਕਰਮ ਨਵਾਜ਼ੀ ਹੈ, ਜਿਸ ਤੇ ਹੋ ਜਾਏ। ਕਬੂਤਰ ਵੀ ਉਹੀ ਹੁੰਦੇ ਨੇ, ਦਵਾਈਆਂ ਵੀ ਉਹੀ ਹੁੰਦੀਆਂ ਨੇ, ਬੰਦਾ ਕਿਸੇ ਮਣੇ ਨਹੀਂ ਲੱਗਦਾ। ਤੇ ਉਹੀ ਕਬੂਤਰ ਹੁੰਦੇ ਨੇ, ਉਹੀ ਦਵਾਈਆਂ ਹੁੰਦੀਆਂ ਨੇ, ਬੰਦੇ ਦੇ ਨਜ਼ਦੀਕ ਵੀ ਕੋਈ ਨਹੀਂ ਆਉਂਦਾ। ਮਿਹਨਤ ਹੈ, ਮੌਸਮ ਅੱਛਾ ਹੈ ਹੋਵੇ। ਮੌਸਮ ਦੀ ਖਰਾਬੀ ਜ਼ਿਆਦਾ ਹੁੰਦੀ ਹੈ, ਸਾਡਾ ਪੋਠਵਾਰ ਹੈ। ਸਾਨੂੰ 11 ਬਾਜ਼ੀਆਂ ਜੇਠ ਦੀਆਂ ਉੱਡਦੀਆਂ ਨੇ, ਵਿੱਚੋਂ ਕਮ ਅਜ਼ ਕਮ 4-5 ਦੇ ਤੂਫਾਨ ਬਾਰਿਸ਼ਾਂ ਚ ਆਉਂਦੀਆਂ ਨੇ। ਉਹਦੇ ਵਿੱਚ ਅਪਸੈਟ ਬੜੇ ਹੁੰਦੇ ਨੇ। ਲੋਕਲ ਮੁਕਾਬਲੇ ਹੋਣ ਫਿਰ ਇੱਕੋ ਜਿਹਾ ਮੌਸਮ ਹੁੰਦਾ ਹੈ। ਹੁਣ ਮੁਕਾਬਲੇ ਸਾਡੇ ਲੱਗਦੇ, ਸਿਆਲਕੋਟ ਵੀ ਲੱਗਦੇ, ਗੁਜਰਾਂਵਾਲਾ ਹੋ ਗਏ, ਲਾਹੌਰ ਹੋ ਗਏ, ਲਾਹੌਰ ਤੇ ਨਹੀਂ ਖੈਰ, ਚਨਿਓਟ ਹੋ ਗਏ,
या पिपला मियाँ वाली डिफरेंस काफ़ी है। तो फिर मौसम के अप्स एंड डाउन रही है। ਅੱਛਾ ਉਸਤਾਦ ਜੀ, ਜ਼ਿੰਦਗੀ 'ਚ ਤੁਹਾਡਾ ਸਖਤ ਤਰੀਨ ਮੁਖਾਲਫ ਤੋਂ ਮੁਰਾਦ ਕੋਈ ਤੁਹਾਡਾ ਮੁਖਾਲਫ ਨਹੀਂ, ਤੁਹਾਡਾ ਬਾਜ਼ੀ 'ਚ ਮੁਖਾਲਫ ਜਿਹਨੂੰ ਤੁਸੀਂ ਆਖੋ ਯਾਰ ਇਹ ਬਹੁਤ ਸਖਤ ਜਾਨ ਪਲੇਅਰ ਹੈ ਔਰ ਅੱਛਾ ਸਪੋਰਟਸਮੈਨ ਵੀ ਉਹ ਹੋਏ? देखो जी, सारे ही प्लेयर बहुत अच्छे हैं। ਤੁਹਾਡੇ सियालकोट भी जी बहुत अच्छे प्लेयर हैं, गुजरात जो बहुत अच्छे प्लेयर हैं। बाकी हर इलाके च अजकल तुहानू पता अजकल कबूतरबाजी ਨੂੰ फुल रूज है। लेकिन टफ टाइम साडा अगे भी काफी इंटरव्यू च गया पिपला ग्रुप नाल ਹੁੰਦਾ है। ਯਾਨੀ ਉਹਨਾਂ ਨੂੰ ਤੁਸੀਂ ਸਖਤ ਤਰੀਨ ਹਰੀਫ ਮੰਨਦੇ? हाँ जी, ਉਹਨਾਂ ਨਾਲ ਮੁਕਾਬਲੇ ਅੱਛੇ ਹੁੰਦੇ ਨੇ, ਸਾਡੇ ਟਫ ਮੁਕਾਬਲੇ ਹੁੰਦੇ ਨੇ, 11ਵੇਂ ਦਿਨ ਤੱਕ ਜਾਂਦੇ ਨੇ, ਫੈਸਲੇ ਦਾ ਕੋਈ ਪਤਾ ਨਹੀਂ ਹੁੰਦਾ ਕੀ ਬਣਨਾ, ਸਪੈਸ਼ਲੀ ਅਕਮਲ ਖਾਨ ਸਾਹਿਬ ਜਿਹੜੇ। ਯਾਨੀ ਅਸਾਬ ਦੀ ਗੇਮ ਹੋ ਜਾਂਦੀ ਹੈ ਇੱਕ ਤਰ੍ਹਾਂ ਦੀ। ਜ਼ਾਹਿਰ ਹੈ ਕੁਝ ਗੇਮਾਂ ਵਨ ਸਾਈਡਡ ਹੁੰਦੀਆਂ ਹਨ, ਕਈ ਇਲਾਕਿਆਂ 'ਚ ਗੇਮਾਂ ਮਤਲਬ ਪੂਰੇ ਪਾਕਿਸਤਾਨ 'ਚ ਹੀ ਸ਼ੌਕ ਕੀਤਾ ਹੈ, ਜਿੱਥੇ ਜਿੱਥੇ ਕਿਸੇ ਬਾਜ਼ੀ ਦਾ ਕਿਹਾ ਅਸੀਂ ਕੀਤਾ ਹੈ। ਕਈ ਜਗ੍ਹਾ ਦੇ ਮੁਕਾਬਲੇ ਇਸ ਤਰ੍ਹਾਂ ਹੋਏ ਨੇ ਵਨ ਸਾਈਡਡ ਹੋਏ ਨੇ, ਕਈ ਜਗ੍ਹਾ ਦੇ ਮੁਕਾਬਲੇ ਹੋਏ ਨੇ ਮਤਲਬ ਹੈ ਵੀ ਅਸੀਂ ਹਾਰ ਗਏ ਉਹ ਜਿੱਤ ਗਏ, ਲੇਕਿਨ ਉਹ ਵੀ ਵਨ ਸਾਈਡਡ ਹੀ ਕਹਿ ਲਓ। लेकिन इन्होंने ਜਿਹੜੇ ਮੁਕਾਬਲੇ ਹੁੰਦੇ ਨੇ ਖਾਨ ਸਾਹਿਬ ਹੋਰਾਂ ਦੇ ਗਰੁੱਪ ਨਾਲ, ਸਪੈਸ਼ਲੀ ਅਕਮਲ ਖਾਨ, ਫਰੂਕ ਖਾਨ ਤੇ ਮੀਰ ਮੁਖਤਿਆਰ ਖਾਨ, ਇਹ ਮੁਕਾਬਲੇ ਟਫ ਹੁੰਦੇ ਨੇ, ਕੋਈ ਪਤਾ ਨਹੀਂ ਹੁੰਦਾ ਵੀ ਤੁਸੀਂ ਕਨਫਰਮ ਨਹੀਂ ਹੁੰਦੇ ਅਸੀਂ ਜਿੱਤ ਗਏ, ਐਂਡ ਤੱਕ ਲੜਾਈ ਹੁੰਦੀ ਹੈ 11ਵੇਂ ਦਿਨ ਤੱਕ। ਯਾਨੀ ਤੁਹਾਡੇ ਟਫ ਤਰੀਨ ਜਿਹੜੇ ਹਲੀਫ ਨੇ ਉਹ ਪਿਪਲਾਂ ਵਾਲੇ ਨੇ? ਪਿਪਲਾਂ ਵਾਲੇ, ਮਤਲਬ ਸ਼ੌਕ ਦਾ ਵੀ ਮਜ਼ਾ ਆਉਂਦਾ ਉਹਨਾਂ ਨਾਲ। ਉਸਤਾਦ ਜੀ, ਅੱਜ ਤੱਕ ਕਿਹੜੇ ਇੱਕ ਚੈਂਪੀਅਨ ਉਸਤਾਦਾਂ ਦੇ ਨਾਲ ਤੁਸੀਂ ਸ਼ੌਕ ਕਰ ਚੁੱਕੇ ਹੋ? मेरा ख्याल है कोई ऐसा उस्ताद नहीं होना चैंपियन जिन्हों नाल शौक नहीं किया होना, समझ लो जेडे शौक करते हैं। लाहौर तो बहुत घट होया, लाहौर तो इत्थे साडे वो डिफरेंस बहुत दसदे ने इलाके दा। उत्थे एक डॉक्टर इश्तियाक पार्टी उन्हां नाल होया एक दफा शौक, उन्हां लाहौर तो कीता सी, मैं इत्थों जेलम तो, ते बाकी गुजरांवाला, सियालकोट, बाकी जितने इलाके सब जगह ते शौक है। सही उस्ताद जी, कोई भी इस इंटरव्यू च तुहाडे कोलों कंट्रोवर्शियल गल नहीं पुछनी बिल्कुल, वो इस तरह क्योंकि लोग एक तरह दे ना वो इज्जत दा मामला बना दिंदे ने, उछालदे रहिंदे ने, क्लिप चल जांदे ने। लेकिन उस्ताद जी जिहड़ी ये गल कीती जांदी है लाहौर दे मौसम दी कि जी मौसम डिफरेंट है, पिपलां वालियां दे नाल ओह कहंदे ने जी असीं इसलिए मुकाबला नहीं करदे जी, लाहौर दा मौसम दा बड़ा फर्क है। ਤੁਹਾਡਾ ਇਹਦੇ ਤੇ ਕੀ ਕਹਿਣਾ ਹੈ? ਹਕੀਕਤ ਹੈ ਇਹ ਚੀਜ਼ਾਂ ਮਾਨੀ ਰੱਖਦੀਆਂ? ਮੌਸਮ ਤੇ ਸਭ ਜਗ੍ਹਾ ਤੇ ਇੱਕ ਜਿਹਾ ਰਹਿੰਦਾ ਹੈ, ਸਮਝ ਗਿਓ। ਆਲੂਦਗੀ ਕਹਿ ਲਓ, ਉੱਥੇ ਪੋਲੂਸ਼ਨ ਜਿਹੜੀ ਹੈ ਤੁਹਾਡੇ ਉੱਥੇ ਲਾਹੌਰ ਵਿੱਚ ਜ਼ਿਆਦਾ ਹੈ। ਲੇਕਿਨ ਭਾਈਜਾਨ ਗੱਲ ਇਹ ਹੈ, ਲਾਹੌਰ ਅੱਗੇ ਗੱਲ ਹੋਰ ਸੀ, ਲਾਹੌਰ ਦੇ ਬੰਦੇ ਕਹਿੰਦੇ ਸੀ ਅੰਦਰੂਨ ਲਾਹੌਰ ਛੱਤਾਂ, ਹੁਣ ਤੇ ਮੇਨ ਛੱਤਾਂ ਸਭ ਬਾਹਰ ਚਲੀਆਂ ਗਈਆਂ, ਬੰਦ ਰੋਡ ਤੇ ਚਲੀਆਂ ਗਈਆਂ, ਕੋਈ ਬਾਹਰ ਡੇਰੇ ਬਣ ਗਏ। तो वैसे दिलों की बातें घट है। मनु भी काफी दोस्त कहते तू पिपला शौक करना है, उत्थे दे तुहाडे मौसम च बहुत फर्क है, टाइम का फर्क है, सूरज ग्रूप उन्हां दा लेट होंदा, साडा जल्दी हो जांदा है। कोई भाईजान नहीं बगदियां बाण इक्को ਜਿਹੇ ही हुंदे। और तुहाडा कहना है कि कोई बहुत वड्डी डिफरेंस वाली गल नहीं है, शौक होने चाहिए ने? शौक होने चाहिए, क्योंकि पाकिस्तान है ना उस्ताद जी, वो कदों इंग्लैंड है ना जी, चलो देख मान लिया वो दूर हैं, ठीक है, असी इधर हाँ, लेकिन मकसद 5-10-15 मिनट का फर्क, 10 मिनट 9 मिनट का फर्क है। वैसे बेसिक जो मैं अपनी असैसमेंट की है, पिपला और साढ़े टाइम विच 9 मिनट का फर्क है, वो एडा वड्डा कोई फर्क भी नहीं है जिहदे विच कहा जाए कि शौक बिल्कुल नहीं हो सकता। अगर मौसम के हिसाब नाल देखा जाए तो उन्हां दा रेगिस्तानी इलाका है, तुसीं शायद गए हो कि नहीं गए? नहीं पिपला जान दा इतफाक नहीं होया, इंशाअल्लाह बहुत सून जेड़ा ना जावांगे अमीर मुख्तियार खान साहब को। हाँ जी, उन्हां दा मौसम भी गर्म है। वो बस भाईजान स्टार्ट भी जिस वक्त 2014-15 तक मेरे कबूतर उड़दे सी, उस वक्त आप बैठी दा सी ज्यादा, हुण ते थोड़ी मजबूरियां वो जित्ती दा सी ते बंदे कहंदे सन तू दरिया उपर बैठे तां तू जितना है। हालांकि तुसीं इत्थों जाके देखो तो मेरे ख्याल है 20 छत्तां तुहानूं दरिया उपर नजर आउणगीਆਂ, कबूतर उड़ाए ही उड़दे। और उस्ताद जी जे अगर दरिया उपर बैठण दी गल है ते उस्ताद जी पानी जिथे होए, पानी ते फिर पड़ास भी पैदा करदा है गर्मी दे अंदर, मौसम ज्यादा सख्त हो जांदा सगों। देखो एडवांटेज डिसएडवांटेज ते हुंदी है, हाँ ठीक है। गर्मी विच शाम नूं हुण ते साडे खैर दरिया बन गया, खत्म हो गया। शाम के टाइम ते थोड़ा जिहा हुंदा सी भी हवा चलदी सी ना, थोड़ा जिहा फर्क आंदा। लेकिन कबूतर जिसले उठ के तुहाडा चला गया, बुलंदी चला गया, उत्थे ना दरिया ते ना खुशकी। मौसम तो एक जिहा ही है, संभालना ही है ते उठना है। जिन्हें नहीं संभालते दरिया उपर छतन, उन्हां दे भी मूंह भरने डिगदे। बिल्कुल। कदी कदों तुहाडी कल्लियां दी छत दरिया दे उत्ते?
ਹੋਰ ਵੀ ਤੇ ਹੋਣਗੀਆਂ ਨਾ ਜੀ ਮੈਂ ਦੱਸਣਾ ਪਿਆ, ਇੱਥੋਂ ਅੱਗੇ ਚਲੇ ਜਾਓ 7-8 ਛੱਤਾਂ ਇੱਥੇ ਅੱਗੇ ਨੇ ਬਾਜ਼ੀਦਾਰ ਛੱਤਾਂ, ਨਾਮਵਰ ਬਾਜ਼ੀਦਾਰ ਮੀਰ ਮੁਖਤਿਆਰ ਖਾਨ ਸਾਹਿਬ ਦੇ ਸ਼ਾਗਿਰਦ ਵੀ, ਮੇਰੇ ਸ਼ਾਗਿਰਦ ਵੀ ਨੇ, ਹੋਰ ਵੀ ਕਾਫੀ ਮਤਲਬ ਛੱਤਾਂ ਨੇ। ਉਸ ਤੋਂ ਬਾਅਦ ਪਿੱਛੇ ਛੱਤਾਂ ਕਹਿ ਲਓ, ਇਧਰ ਸ਼ਹਿਰ ਵੱਲ ਜਾਓ ਤੇ ਸ਼ਹਿਰ ਵੱਲ ਵੀ ਛੱਤਾਂ ਹਨ ਕਾਫੀ ਦਰਿਆ ਉੱਪਰ। ਕਬੂਤਰ ਉਡਾਏ ਆ, ਉੱਡਦਾ ਭਾਈਜਾਨ, ਕੋਈ ਇਹ ਗੱਲ ਨਹੀਂ ਹੈ ਵੀ ਉੱਥੇ ਐਡਵਾਂਟੇਜ ਲੈ ਗਿਆ ਜਾਂ ਮੌਸਮ ਦੀ ਲੈ ਗਿਆ। ਹੁਣ ਪਿਪਲਾਂ ਦੇ ਅੰਦਰ ਅਕਮਲ ਖਾਨ ਸਾਹਿਬ ਹਨ ਤੇ ਉੱਥੇ ਹੋਰ ਵੀ 100 ਛੱਤ ਹੈ। ਅਕਮਲ ਖਾਨ ਸਾਹਿਬ ਦਾ ਕਿਉਂ ਨਾਮ ਹੈ, ਇੱਕ ਗੱਲ ਮੈਂ ਕਰਨਾ ਪਿਆ, ਕਲੀਅਰ ਹੇਲ ਗਰੁੱਪ ਪਿਪਲਾਂ ਦੇ ਅੰਦਰ ਕਾਫੀ ਸ਼ਿਕਾਰੀ ਨੇ। ਮੈਂ ਖੁਦ ਗਿਆ, ਕਈ ਦਫਾ ਜਾਈਦਾ, ਉੱਥੇ ਕਮ ਅਜ਼ ਕਮ ਕਹਿ ਲਓ ਤੁਸੀਂ ਕੁਛ ਨਹੀਂ ਤੇ 50 ਛੱਤ ਹੈ। ਉਹ ਸਾਰੇ ਹੀ ਅਕਮਲ ਖਾਨ ਚੈਂਪੀਅਨ ਕਿਉਂ ਨਹੀਂ, ਅਕਮਲ ਖਾਨ ਹੀ ਕਿਉਂ, ਮਿਹਨਤ ਕਰਦੇ। ਬਿਲਕੁਲ ਬਿਲਕੁਲ, ਉਹਨਾਂ ਕੋਲ ਆਪਣਾ ਫਨ ਹੈ, ਕਬੂਤਰ ਨੂੰ ਉਡਾਉਂਦੇ ਨੇ ਤੇ ਉੱਡਦਾ। ਅੱਛਾ ਉਸਤਾਦ ਜੀ, ਇੱਕ ਨਵਾਂ ਕਬੂਤਰਬਾਜ਼, ਨਵੇਂ ਸ਼ੌਕੀਨ, ਮੈਂ ਤੁਹਾਡੇ ਕੋਲੋਂ ਜੋ ਪੁੱਛ ਰਿਹਾ ਨਾ, ਇਹ ਨਵੇਂ ਨਾਜ਼ਰੀਨ ਜਿਹੜੇ ਨੇ ਨਾ, ਮੇਰੇ ਵਰਗੇ ਮੁੰਡੇ ਕਹਿ ਲਓ, ਜਿਹੜੇ ਅੱਜ ਕੱਲ੍ਹ ਸ਼ੌਕ ਕਰ ਰਹੇ ਨੇ, ਉਹਨਾਂ ਦੀ ਰਹਿਨਮਾਈ ਵਾਸਤੇ ਉਸਤਾਦ ਜੀ, ਇੱਕ ਬੰਦਾ ਅੱਜ ਤੋਂ ਕਬੂਤਰ ਰੱਖ ਰਿਹਾ ਹੈ, ਉਹਨੇ ਪਹਿਚਾਣ ਚਲੋ ਤੁਹਾਡੇ ਇੰਟਰਵਿਊ ਸੁਣ ਕੇ, ਹੋਰ ਉਸਤਾਦਾਂ ਨੂੰ ਸੁਣ ਕੇ ਥੋੜੀ ਬਹੁਤ ਕਰ ਲਈਏ। ਉਸਤਾਦ ਜੀ, ਉਹ ਕਿਸ ਡਗਰ ਤੇ ਕਿਸ ਤਰ੍ਹਾਂ ਮਿਹਨਤ ਕਰੇ ਕਿ ਅਗਲੇ 5 ਸਾਲ ਦੇ ਵਿੱਚ ਉਹ ਆਪਣਾ ਨਾਂ ਕਮਾ ਸਕੇ? ਸਭ ਤੋਂ ਪਹਿਲੇ ਵੀਰ ਜੀ, ਕਬੂਤਰ ਪਰਵਰੀ ਜਿਸ ਕਰਨੀ ਹੈ ਨਾ, ਉਸ ਖੁਦ ਬੈਠਣਾ ਹੈ, ਖੁਦ ਧੁੱਪੇ ਸੜਨਾ ਹੈ। ਕਿਸੇ ਦੇ ਸਿਰ ਤੇ, ਕਿਸੇ ਦੇ ਕੱਲੇ ਦੇ ਬਲੂਕ ਨਹੀਂ ਚੱਲ ਸਕਦੇ। ਜਾਂ ਤੁਸੀਂ ਕਹੋ ਨਾ ਵੀ ਫਿਰ ਉਹ ਤੁਸੀਂ ਸ਼ੌਕੀਨ ਨਹੀਂ ਬਣ ਸਕਦੇ। ਉਹ ਸਾਡੇ ਇੱਕ ਠੇਠ ਪੰਜਾਬੀ ਚ ਕਹਿੰਦੇ ਆ ਨਾ, ਜੇ ਦਰਵੇਸ਼ੀ ਲੈਣੀ ਹੈ ਤੇ ਚਿੱਲੇ ਕੱਟਣੇ ਪੈਂਦੇ। ਸਮਝ ਗਏ? ਹੁਣ ਘਰ ਏਸੀ ਵਿੱਚ ਬਹਿ ਜਾਓ ਤੇ ਆਖੋ ਦਰਵੇਸ਼ ਵੀ ਬਣ ਜਾਓ ਤੇ ਫਿਰ ਤੇ ਨਹੀਂ ਬਣਦਾ। ਸਮਝੋ ਜੰਗਲਾਂ ਬੇਲਿਆਂ ਚ ਵੀਰ ਜੀ ਜਾਣਾ ਤੇ ਚਿੱਲੇ ਕੱਟਣੇ ਤੇ ਦਰਵੇਸ਼ ਬਣਨਾ ਹੈ। ਤੇ ਕਬੂਤਰ ਪਰਵਰੀ ਖੁਦ ਤੁਸੀਂ ਸਮਝੋ, ਇਹਦੇ ਚ ਏਡੀ ਵੱਡੀ ਕੋਈ ਫਨ ਨਹੀਂ ਹੈ, ਨਾ ਏਡਾ ਵੱਡਾ ਕੋਈ ਇਹਦੇ ਵਿੱਚ ਕੋਈ ਐਸਾ ਇਲਮ ਹੈ ਜਿਹੜਾ ਹਰ ਬੰਦੇ ਨੂੰ ਨਹੀਂ ਮਿਲ ਸਕਦਾ, ਹਰ ਬੰਦੇ ਨੂੰ ਮਿਲ ਸਕਦਾ। ਸਿਰਫ ਉਹਨੂੰ ਸਮਝੋ। ਉਹ ਟੀਚਿੰਗ ਮੈਥਡ ਹੈ, ਕੋਈ ਸਮਝਾਉਣ ਵਾਲਾ ਬੰਦਾ ਹੋਵੇ ਜਿਹੜਾ ਤੁਹਾਨੂੰ ਤਰੀਕੇ ਕਾਰ ਨਾਲ ਸਮਝਾਏ। ਅਕਸਰ ਉਸਤਾਦਾਂ ਦਾ ਇਹੀ ਤਰੀਕਾ ਕਾਰ ਰਹਿੰਦਾ ਵੀ ਮੁਹਤਾਜ ਹੀ ਰੱਖੇ ਬੰਦਾ, ਠੀਕ ਹੈ, ਮੁਹਤਾਜ ਰਹੇਗਾ ਤੇ ਉਹਨਾਂ ਦੀ ਵੈਲਿਊ ਰਹੇਗੀ। ਉਹਨੂੰ ਏਡਾ ਵੱਡਾ ਕੋਈ ਚਾਹ ਢੋਣ ਵਾਲੇ ਬਣਾ ਕੇ ਰੱਖਿਆ ਜਾਂਦਾ ਹੈ। ਕੋਈ ਏਡਾ ਵੱਡਾ ਕੰਮ ਨਹੀਂ ਹੈ, ਕਬੂਤਰਾਂ ਨੂੰ ਬੈਠੇ ਨੂੰ ਸੰਭਾਲਣਾ ਹੁੰਦਾ। ਜਿਸ ਨੇ ਸੰਭਾਲ ਅੱਛੀ ਕਰ ਲੈਣੀ ਹੈ, ਉਹਦੇ ਵਿੱਚ ਵੀ ਕੋਈ ਖਾਸ ਏਡੀਆਂ ਵੱਡੀਆਂ ਫਨਕਾਰੀ ਕੋਈ ਨਹੀਂ ਹੈ ਜਿਹੜਾ ਕਹੋ ਰਾਕਟ ਸਾਇੰਸ। ਹਾਂਜੀ, ਰਾਕਟ ਸਾਇੰਸ ਕੋਈ ਨਹੀਂ ਹੈ, ਤੁਹਾਡਾ ਸੈਂਸ ਹੈ ਬਸ। ਮੌਸਮ ਦਾ ਹਿਸਾਬ ਹੈ, ਤੁਸੀਂ ਥੱਲੇ ਬੈਠਦੇ ਹੋ, ਦੇਖਦੇ ਹੋ ਅੱਜ ਮੌਸਮ ਕਿਹੋ ਜਿਹਾ। ਹੁਣ ਕੱਲ ਦਾ ਦਿਨ ਸੀ ਤੇ ਲੋਕਾਂ ਦੇ ਇਸ ਵਕਤ 18 20 ਕਬੂਤਰ ਉੱਤੇ ਸੀ। ਅੱਜ ਇੱਕ ਦਿਨ ਚ ਕਿੰਨਾ ਸਾਰਾ ਫਰਕ ਪੈ ਗਿਆ ਲੋਕਾਂ ਦੇ ਬੈਠ ਬੂਠ ਕੇ। ਉਸ ਹਿਸਾਬ ਨਾਲ ਤੁਸੀਂ ਕਬੂਤਰ ਦੀ ਤਿਆਰੀ ਕਰਨੀ ਹੈ। ਉਸਤਾਦ ਜੀ, ਇਸ ਵੀਡੀਓ ਦਾ, ਇਸ ਇੰਟਰਵਿਊ ਦਾ ਲਾਸਟ ਕੁਐਸਚਨ ਤੁਹਾਡੇ ਵਾਸਤੇ ਇਹ ਵੇ ਕਿ ਉਸਤਾਦ ਹੋਰਾਂ ਦੀ ਪਸੰਦੀਦਾ ਔਰ ਫੇਵਰਟ ਬਰੀਡ ਕਿਹੜੀ ਏ? ਕਬੂਤਰ ਮੈਂ ਨਹੀਂ ਤੁਹਾਡੇ ਕੋਲੋਂ ਪੁੱਛਾਂਗਾ ਕਿ ਉਸਤਾਦ ਜੀ ਕਿਹਦੇ ਕੋ ਚੰਗੇ ਨੇ, ਕਿਉਂਕਿ ਜਿਹਦੇ ਮਾੜੇ ਕਹਿ ਦੋਗੇ ਠੀਕ ਹੈ, ਉਹ ਆਖੇਗਾ ਯਾਰ ਰਾਜਾ ਸਾਹਿਬ ਹੋਰਾਂ ਕਹਿ ਦਿੱਤਾ। ਸਾਰਿਆਂ ਕੋਲ ਹੀ ਕਬੂਤਰ ਅੱਛੇ ਨੇ ਤੇ ਬਰੀਡ ਵੀ ਅੱਛੀ ਉਹੀ ਹੈ ਜਿਹੜੀ ਕੰਮ ਕਰੇ। ਇਹ ਹੀ ਕਿਵੇਂ ਡਿਵਾਈਡ ਕੀਤੇ ਹੈ, ਕਸੂਰੀ ਹੈ ਤੇ ਸਿਆਲਕੋਟੀ ਹੈ ਤੇ ਲੋਹਰੀ ਹੈ ਤੇ ਇਹ ਜਨਾਬ ਨਹੀਂ। ਅੱਛਾ ਕਬੂਤਰ ਹੈ ਜਿਹੜਾ, ਚਾਹੇ ਉਹ ਸਿਆਲਕੋਟੀ ਹੈ ਚਾਹੇ ਕਸੂਰੀ ਹੈ, ਉਹੀ ਉੱਡਦਾ। ਉਸਤਾਦ ਜੀ, ਅੱਛਾ ਕਬੂਤਰ ਤੁਸੀਂ ਕਿਹਨੂੰ ਮੰਨਦੇ ਹੋ? ਜਿਹਦੇ ਪੁਆਇੰਟ ਪੂਰੇ ਹੋਣ ਜਾਂ ਜਿਹਦੇ ਵਿੱਚ ਵਾਪਸੀ ਹੋਵੇ, ਕਬੂਤਰ ਦੀ ਬਰਦਾਸ਼ਤ ਹੋਵੇ। ਦੇਖੋ ਕੱਟਦੇ ਕਬੂਤਰ ਟੈਡੀ ਵੀ ਬਹੁਤ ਜ਼ਿਆਦਾ ਕੱਟਦੇ ਨੇ, ਉੱਥੋਂ ਨਹੀਂ ਆਉਂਦੇ। ਸਿਆਲਕੋਟੀ ਵੀ ਕੱਟਦੇ ਨੇ, ਉੱਥੇ ਹੀ ਨਹੀਂ ਜਾਂਦੇ। ਅੱਛਾ ਕਬੂਤਰ ਜਿਹੜਾ ਹੋਏਗਾ ਉੱਡੇਗਾ ਭਾਵੇਂ ਜਿਹੜਾ ਵੀ ਹੈ। ਅਸੀਂ ਮੋਸਟਲੀ ਕ੍ਰਾਸ ਹੀ ਉਡਾਉਂਦੇ ਆ, ਕਿਉਂਕਿ ਆਪਣੇ ਇਲਾਕੇ ਦੇ ਹਿਸਾਬ ਨਾਲ। ਜਾਂ ਦੋਸਤ ਆਉਂਦੇ ਨੇ ਸਾਡੇ ਕੋਲੋਂ, ਕਹਿੰਦੇ ਨੇ ਤੁਹਾਡੇ ਕਬੂਤਰ ਵੇਟਰ ਨਗੂ ਚੌੜੇ ਨੇ, ਸਾਡੇ ਬਸ ਉਹ ਠੀਕ ਹਨ, ਕੰਮ ਕਰਦੇ ਨੇ। ਯਾਨੀ ਤੁਸੀਂ ਆਪਣੇ ਮੌਸਮ ਦੇ ਮੁਤਾਬਕ ਬਣਾਏ ਨੇ, ਡਿਮਾਂਡ ਦੇ ਮੁਤਾਬਕ ਬਣਾਏ ਨੇ? ਦੇਖੋ ਅਸੀਂ ਡਿਮਾਂਡ ਕੋਈ ਕੈਟਵਾਕ ਤੇ ਹੈ ਨਹੀਂ ਹੈ ਜਿਹਦੇ ਚ ਬਿਊਟੀ ਦੇ ਨੰਬਰ ਦਿੱਤੇ ਜਾਣੇ ਨੇ, ਇਹਦੇ ਤੇ ਟਾਈਮ ਦੇ ਨੰਬਰ ਹਨ। ਬਿਲਕੁਲ ਬਿਲਕੁਲ ਇੰਜ ਜਿਹੜੇ ਟਾਈਮ ਹੁਣ ਤੁਹਾਡੇ ਪੇਪਰ ਉੱਤੇ ਆਣਾ ਉਦਾਂ ਹੀ ਹੈ। ਉਹਦੇ ਵਿੱਚ ਲੋਕਾਂ ਇਹ ਨਹੀਂ ਪੁੱਛਣਾ ਵੀ ਇਹ ਕਿਹੜਾ ਬੈਠਾ ਹੈ, ਟੈਡੀ ਬੈਠਾ ਹੈ, ਗੋਲਡਨ ਬੈਠਾ ਹੈ, ਕਮੰਦਰ ਬੈਠਾ ਹੈ, ਸਿਆਲਕੋਟੀ ਬੈਠਾ ਹੈ। ਉਹਦੇ ਜੇ ਪੁੱਛਣਾ ਨੇ ਟਾਈਮ ਕੀ ਬਣਿਆ, ਤੇ ਅਸੀਂ ਟਾਈਮ ਬਣਾਉਣਾ ਹੁੰਦਾ। ਸਹੀ। ਤੇ ਉਸਤਾਦ ਜੀ, ਫੇਵਰੇਟ ਬਰੀਡ ਕਿਸੇ ਕਦੀ ਦਾ ਨਾਮ ਅਗਰ ਤੁਸੀਂ? ਦੇਖੋ ਟੈਡੀ ਕਬੂਤਰ ਦੁਨੀਆ 'ਚ ਅਸੀਂ ਕਵੀਏ ਨਾ ਕਵੀਏ, ਟੈਡੀ ਕਬੂਤਰ ਦੁਨੀਆ ਦੇ ਬਹੁਤ ਅੱਛੇ ਕਬੂਤਰ ਆ। ਇੱਥੇ ਪਾਕਿਸਤਾਨ 'ਚ ਨਹੀਂ, ਅਸੀਂ ਗਲਫ ਜਾਈਦਾ ਪੂਰੇ 'ਚ, ਉੱਥੇ ਵੀ ਅਗਰ ਕਬੂਤਰ 50 51 52 ਟੈਂਪਰੇਚਰ ਜੁੜੇ ਦੇ ਟੈਡੀ ਕਬੂਤਰ, ਗੋਲਡਨ ਕਬੂਤਰ, ਕਮੰਗਰ ਕਬੂਤਰ, ਸਿਆਲਕੋਟੀ ਮੋਤੀਆਂ ਵਾਲੇ ਕਬੂਤਰ ਬਹੁਤ ਨਾਯਾਬ ਕਬੂਤਰ ਹਨ। ਬਟੇਰੇ ਕਬੂਤਰ ਬਹੁਤ ਅੱਛੇ ਕਬੂਤਰ ਹਨ। ਛੱਤ ਵਾਲੇ ਕਬੂਤਰ ਹਨ ਜਿਹੜੇ ਦੁਨੀਆ ਢੂੰਡਦੀ ਫਿਰਦੀ ਹੈ।
ਸਮਝ ਲਿਓ ਵਾਪਸੀਆਂ ਬਹੁਤ ਨੇ ਇਹਨਾਂ ਵਿੱਚ। ਰਾਜਾ ਸਾਹਿਬ ਦਾ ਯਾਨੀ ਸਿਆਲਕੋਟੀਆਂ ਦੇ ਉੱਤੇ ਬਹੁਤ ਇਤਬਾਰ ਹੈ, ਮੈਂ ਕਹਿ ਸਕਣਾ। ਹਾਂਜੀ, ਸਾਡੇ ਕੋਲ ਤੇ ਸਿਆਲਕੋਟੀ ਤਕਰੀਬਨ ਸਾਡੇ ਹਰ ਕਬੂਤਰ ਚ ਅਸੀਂ ਪਾ ਦਿੰਦੇ ਹਾਂ ਕਰਾਸ ਇਹਨਾਂ ਦਾ। ਜ਼ਰੂਰ ਪਾਉਂਦੇ। ਔਰ ਰਾਜਾ ਸਾਹਿਬ ਇਹ ਖਾਸ ਫਾਇਦਾ ਕੀ ਹੈ ਇਹ ਸਿਆਲਕੋਟੀ ਟੱਚ ਦੇਣ ਦਾ? ਬਰਦਾਸ਼ਤ ਆ ਜਾਂਦੀ ਹੈ ਇਹਨਾਂ ਵਿੱਚ ਉਤਨੀ ਟੈਡੀ, ਜਿਹੜੇ ਗੋਲਡਨ ਟੈਡੀ ਕਮਦਰ ਕਬੂਤਰ ਉਹਨੇ ਭਾਈਆਂ ਦੀ ਹਾਈਟ ਬਹੁਤ ਫੜਦੇ ਹਨ, ਬਹੁਤ ਬੁਲੰਦੀ ਜਾਂਦੇ ਨੇ। ਸਿਆਲਕੋਟੀ ਕਬੂਤਰ ਇੰਨੀ ਬੁਲੰਦੀ 'ਚ ਨਹੀਂ ਜਾਂਦਾ। ਮੌਸਮ ਦੀ ਖਰਾਬੀ ਨੂੰ ਵੀ ਸਿਆਲਕੋਟੀ ਵਾਇਦ ਕਬੂਤਰ ਹੈ ਜਿਹੜਾ ਸਮਝ ਜਾਂਦਾ ਜਲਦੀ। ਸਾਡੇ ਇੱਥੇ ਹੁਣ ਧੁੱਪ ਹੈ ਤੇ ਤੁਸੀਂ ਦੇਖੋ ਤੇ ਜੇ 2 ਘੰਟੇ ਬਾਅਦ ਤੂਫਾਨ ਆ ਜਾਏ ਤਾਂ ਬੁਲੰਦੀ ਵਾਲਾ ਕਬੂਤਰ ਸਾਡੇ ਜ਼ਾਇਆ ਹੋਣ ਦੀ ਰੇਸ਼ੋ ਬਹੁਤ ਜ਼ਿਆਦਾ ਹੈ। ਅਸੀਂ ਉਹੀ ਕਬੂਤਰ ਜ਼ਿਆਦਾ ਬਣਾਉਂਦੇ ਆ ਜਿਹੜੇ ਜਨਾਬ ਸਾਡੇ ਕਬੂਤਰ ਸਾਹਮਣੇ ਜਾਂ ਮਤਲਬ ਮੌਸਮ ਦੀ ਖਰਾਬੀ ਨੂੰ ਘਰ ਭੱਜ ਜਾਣ, ਵਾਰ ਨਾਲ ਲੜ ਜਾਣ। ਹਲਕੇ ਕਬੂਤਰ, ਸਮਾਰਟ ਕਬੂਤਰ ਨਹੀਂ ਇੱਥੇ ਸਾਡੇ। ਔਰ ਇਸ ਗੱਲ ਦੇ ਵਿੱਚ ਤੁਸੀਂ ਐਡਵਾਂਟੇਜ ਦੇ ਰਹੇ ਹੋ ਸਿਆਲਕੋਟੀਆਂ ਨੂੰ। ਅਸੀਂ ਹਾਂਜੀ ਅੱਛੇ ਕਬੂਤਰ ਹੈ ਜੀ, ਦੁਨੀਆ ਦੇ ਨਾਮਵਰ ਕਬੂਤਰ। ਉਸਤਾਦ ਜੀ ਤੁਹਾਡੇ ਵੀਰ ਨੇ, ਤੁਹਾਡੇ ਭਰਾ ਨੇ ਉਸਤਾਦ ਨਮਾਨ ਭੱਟ ਸਾਹਿਬ ਸਿਆਲਕੋਟ ਸਵੀਟਸ ਵਾਲੇ, ਹਾਂਜੀ ਹਾਂਜੀ, ਔਰ ਉਹਨਾਂ ਦਾ ਬਾਂਹ ਕੱਢ ਕੇ ਕਹਿਣਾ ਜੀ ਦੁਨੀਆ 'ਚ ਸਭ ਤੋਂ ਅੱਛੇ ਕਬੂਤਰ ਉਸਤਾਦ ਮੀਆਂ ਨਜ਼ੀਰ ਦੇ ਨੇ, ਠੀਕ ਹੈ। ਔਰ ਇੰਟਰਵਿਊ ਉਹਨਾਂ ਦਾ ਮੌਜੂਦ ਹੈ ਜਿਹਦੇ 'ਚ ਉਹਨਾਂ ਨੇ ਡੱਬ ਵਾਲੇ ਔਰ ਸ਼ਾਇਦ ਟੈਡੀਆਂ ਨੂੰ ਜਿਹੜਾ ਨਾ ਕਿਹਾ ਜੀ ਇਹ ਚੈਂਪੀਅਨ ਕਬੂਤਰ ਨੇ। ਕਿਆ ਤੁਸੀਂ ਵੀ ਇਸ ਗੱਲ ਨਾਲ ਇਤਫਾਕ ਕਰਦੇ ਹੋ ਕਿ ਦੁਨੀਆ 'ਚ ਸਭ ਤੋਂ ਅੱਛੀ ਬਰੀਡ ਉਹੀ ਹੈ ਕਬੂਤਰਾਂ ਦੀ, ਹਾਈ ਫਲਾਇਰ ਦੀ? ਨਹੀਂ, ਮੀਆਂ ਸਾਹਿਬ ਦੇ ਕਬੂਤਰ ਬਹੁਤ ਅੱਛੇ ਕਬੂਤਰ ਹਨ, ਲੇਕਿਨ ਕਹੋ ਵੀ ਉਹਨਾਂ ਤੋਂ ਬਾਅਦ ਕਬੂਤਰ ਕੋਈ ਨਹੀਂ ਭਾਜਿਆ, ਮੈਂ ਨਹੀਂ ਮੰਨਦਾ। ਕਿਹੜੇ ਨੇ ਉਸਤਾਦ ਜੀ? ਫਿਰ ਦੱਸੋ ਨਾ ਸਾਨੂੰ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ, ਕਿਉਂਕਿ ਹਰ ਬੰਦੇ ਦਾ ਉਸਤਾਦ ਜੀ ਅਲੱਗ ਪੁਆਇੰਟ ਆਫ ਵਿਊ ਹੈ। ਅੱਲਾ ਨੇ ਤੁਹਾਨੂੰ 59 ਨੰਬਰ ਮਾਦੂ ਲਿਆ, ਤੁਹਾਨੂੰ ਅੱਲਾ ਨੇ ਉਸਤਾਦ ਜੀ ਹੋਰ ਕਰਾਮਾਤ ਤੋਂ ਨਵਾਜ਼ਿਆ, ਕਿਸੇ ਹੋਰ ਨੂੰ ਹੋਰ ਤੋਂ ਨਹੀਂ। ਦੇਖੋ ਹਰ ਬੰਦੇ ਦਾ, ਅਸੀਂ ਪ੍ਰੈਕਟੀਕਲ ਦੇ ਕਬੂਤਰ ਪਰਵਰ ਆ, ਅਸੀਂ ਪ੍ਰੈਕਟੀਕਲ ਕੀਤਾ, ਉਡਾਏ ਬਣਾਏ ਉਡਾਏ, ਤੇ ਜਿਨ੍ਹਾਂ ਦਾ ਰਿਜ਼ਲਟ ਆਇਆ ਉਹਨਾਂ ਦੀ ਗੱਲ ਕਰਾਂਗੇ। ਮੀਆਂ ਸਾਹਿਬ ਦੇ ਕਬੂਤਰ ਜਿਹੜੇ ਨੇ ਅੱਛੇ ਕਬੂਤਰ ਹਨ, ਲੇਕਿਨ ਉਹ ਬਹੁਤ ਜਲਦੀ ਸਟਾਰਟ ਹੋ ਗਏ, ਕੰਟਰੋਲ ਉਹਨਾਂ ਦਾ ਬਹੁਤ ਘੱਟ ਹੈ। ਹਰ ਉਸਤਾਦ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦਾ, ਆਊਟ ਆਫ ਕੰਟਰੋਲ ਚਲੇ ਜਾਂਦੇ ਨੇ। ਜ਼ਾਹਿਰ ਹੈ ਉਹ ਤੇਜ਼ ਜਜ਼ਬਾਤੀ ਕਬੂਤਰ ਜਲਦੀ ਇੱਕਦਮ ਪਰਵਾਜ਼ਾਂ 'ਚ ਪੈ ਜਾਂਦੇ ਨੇ, ਠੀਕ ਹੈ। ਉਹ ਜ਼ਾਇਆ ਹੋਣ ਦੀ ਵੀ ਰੇਸ਼ੋ ਉਹਨਾਂ ਦੀ ਕਾਫੀ ਹੋ ਜਾਂਦੀ ਹੈ ਪਿਓਰ। ਲੇਕਿਨ ਉਸਤਾਦ ਜੀ ਅਸੀਂ ਮੇਰੇ ਕੋਲ ਹੈ ਨੇ, ਮੈਂ ਨਹੀਂ ਕਹਿੰਦਾ ਮੀਆਂ ਸਾਹਿਬ ਵਾਲੇ ਨਹੀਂ ਹੈ, ਮੇਰੇ ਕੋਲ ਮੀਆਂ ਸਾਹਿਬ ਵਾਲੇ ਕਬੂਤਰ ਹਨ, ਉਡਾਣਾ ਮੈਂ ਕ੍ਰਾਸ ਵਿੱਚ, ਲੇਕਿਨ ਪਿਓਰ ਨਹੀਂ। ਲੇਕਿਨ ਉਸਤਾਦ ਜੀ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਨਾ ਉਹਨਾਂ ਦੀ ਗੱਲ 'ਚ ਇਸ ਵਾਸਤੇ ਵਜ਼ਨ ਹੈ ਕਿਉਂਕਿ ਉਹ 5 ਦਫਾ ਜੇਠ ਚੈਂਪੀਅਨ ਨੇ ਪੰਜਾਬ ਦੇ ਉਸਤਾਦ ਜੀ। ਕੌਣ ਜੀ? ਉਸਤਾਦ ਨਮਾਨ ਭੱਟ ਸਾਹਿਬ। ਕਿੱਥੋਂ? ਸ਼ੋਏਬ ਜੱਟ ਦੀ ਛੱਤ ਤੇ? ਹਾਂ। ਦੂਸਰੇ ਸਮਝ ਗਿਓ ਜੀ ਦੋਸਤੋ, ਇਹ ਉਸਤਾਦ ਹੋਰਾਂ ਨੇ ਹੁਣ ਮੇਰੀ ਦੇਖਣ ਵਿੱਚ ਟੈਡੀ ਕਬੂਤਰੀ ਨਜ਼ਰ ਆਉਂਦੀ ਹੈ, ਤੇ ਉਸਤਾਦ ਅਹਿਮਦ ਕਮਰ ਸਾਹਿਬ ਵਾਲੇ ਕਬੂਤਰਾਂ ਵਿੱਚੋਂ। ਲੋ ਜੀ ਮਾਸ਼ਾਅੱਲਾ ਦੋਸਤੋ, ਇਹ ਸਾਡੀ ਪਿਛਲੇ ਸਾਲ ਦੀ ਚੈਂਪੀਅਨ ਕਬੂਤਰੀ ਹੈ। 11 ਦਿਨ ਪੂਰੇ ਉੜੀ ਹੈ, ਖਰਾਬ ਤੂਫਾਨ ਬਾਰਿਸ਼ਾਂ ਵਿੱਚ ਵੀ ਇਹ ਕਬੂਤਰੀ ਘਰ ਆਈ ਹੈ। 11ਵੇਂ ਦਿਨ ਵੀ ਪੌਣੇ 4 ਮਿੰਟ ਘੱਟ 8 ਵਜੇ ਬੈਠੀ ਹੈ। ਮਾਸ਼ਾਅੱਲਾ ਜੀ, ਠੀਕ ਹੈ। ਇਹਦੇ ਅੰਦਰ ਵੀ ਅਸਾਂ ਬਟੇਰਾ ਪਰ ਥੋੜਾ ਬਹੁਤ ਦਿੱਤੇ, ਮਾਸ਼ਾਅੱਲਾ। ਲੇਕਿਨ ਜੈਨੂਨ ਟੈਡੀ ਹੈ। ਉਸਤਾਦ ਜੀ ਦੀ ਲਾਸਟ ਪ੍ਰਵਾਸ ਕੀ ਰਹੀ ਹੈ ਮੈਕਸਿਮਮ? 11ਵੇਂ ਦਿਨ 4 ਮਿੰਟ ਘੱਟ 8 ਵਜੇ ਬੈਠੀ ਹੈ ਜੇਠ 'ਚ। ਹਾਂਜੀ ਜੇਠ ਵਿੱਚ। ਮੈਂ ਦੱਸਣਾ ਪਿਆ ਵਾਇਦ ਕਬੂਤਰੀ ਹੈ ਜਿਸ ਨੇ 11 ਸਟੈਂਪਾਂ ਲਗਵਾਈਆਂ। ਬਾਕੀ ਤੂਫਾਨਾਂ ਬਾਰਿਸ਼ਾਂ ਵਿੱਚ ਸਾਡੇ ਸਭ ਕਬੂਤਰ ਜ਼ਾਇਆ ਹੁੰਦੇ ਰਹੇ। 6ਵੀਂ ਫਿਰ ਸਾਡੇ 2 ਹੀ ਕਬੂਤਰ ਬੈਠੇ ਸੀ, ਜਿਨ੍ਹਾਂ ਚੋਂ ਇੱਕ ਬੈਠੀ ਸੀ। 9 ਕਬੂਤਰ ਸਾਡੇ ਨਹੀਂ ਸਨ ਬੈਠੇ। ਇਹ ਵਾਇਦ ਕਬੂਤਰੀ ਹੈ ਜਿਹਨੇ 11 ਦਿਨ ਪੂਰੇ ਸਟੈਂਪ ਖਾਧੀ ਹੈ। ਇਹ ਵੀ ਟੈਡੀ ਹੈ ਮਾਸ਼ਾਅੱਲਾ ਜੀ। ਔਰ ਦੋਸਤੋ ਇਹਦੇ 'ਚ ਵੀ ਉਸਤਾਦ ਹੋਰੀ ਦੱਸ ਰਹੇ ਸਨ ਕਿ ਉਹਨਾਂ ਨੇ ਬਟੇਰਾ ਸ਼ਾਮਲ ਕੀਤਾ ਹੈ। ਟੈਡੀ ਬਟੇਰਾ ਕ੍ਰਾਸ ਕੀਤਾ, ਉਸ ਨੂੰ ਦੁਬਾਰਾ ਟੈਡੀਆਂ 'ਚ ਲਗਾਇਆ, ਸਮਝ ਲਿਓ। ਠੀਕ ਹੋ ਗਿਆ। ਇਸ ਦੀ ਮਾਂ ਜਿਹੜੀ ਹੈ ਟੈਡੀ ਬਟੇਰਾ ਕ੍ਰਾਸ ਸੀ। ਉਸਤਾਦ ਅਹਿਮਦ ਕਬਰ ਵਾਲੀ ਨਸਲ। ਉਸਤਾਦ ਅਹਿਮਦ ਕੰਬਰ ਵਾਲੀ ਨਸਲ ਔਰ ਟੈਡੀ ਕਬੂਤਰੀ ਨਾਲ ਲਾਏ, ਬਟੇਰੀ ਕਬੂਤਰੀ ਲਾਈ ਸੀ ਉਸ ਨਾਲ। ਅੱਗੋਂ ਉਹਦੀ ਪੱਠੀ ਨਿਕਲੀ, ਉਹਨੂੰ ਦੁਬਾਰਾ ਟੈਡੀਆਂ 'ਚ ਲਾਇਆ। ਮਾਸ਼ਾਅੱਲਾ। ਇਹ ਬਣੀ। लो दोस्तों, बहुत ही अच्छी वीडियो उस्ताद होरां दा, बहुत ही नायाब इंटरव्यू और एक एक गल ते माशाअल्लाह उन्होंने रोशनी पाई है। एक नवी वीडियो च तुहाडी खिदमत च तुहाडा वीर मोहसिन रहमान दोबारा हाज़र होएगा है। उस्ताद होरां दी छत दा एक व्यू वेख के ते सारे भरा माशाअल्लाह कह दिओ, जिदे भी परिंदे देखा करो माशाअल्लाह जरूर क्या करो दोस्तों।
ਹੈ ਜੀ ਉਸਤਾਦ ਰਾਜਾ ਇਫਤਖਾਰ ਕਾਕਾ ਸਾਹਿਬ ਦੀ ਛੱਤ ਦਾ ਦੋਸਤੋ ਵਿਊ ਤੁਹਾਡੇ ਸਾਹਮਣੇ ਵੀ ਇਸ ਟਾਈਮ ਮਾਸ਼ਾਅੱਲਾ। ਚੈਂਪੀਅਨ ਦੋਸਤੋ ਫਖਰੇ ਪਾਕਿਸਤਾਨ ਮਾਸ਼ਾਅੱਲਾ। ਉਮੀਦ ਹੈ ਭਰਾਵਾਂ ਨੂੰ ਵੀਡੀਓ ਬਹੁਤ ਪਸੰਦ ਆਈ ਹੋਏਗੀ। ਬਹੁਤ ਸ਼ੁਕਰੀਆ। ਅੱਲਾਹ ਹਾਫਿਜ਼।